ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਇਹਨਾਂ ਤਿੰਨਾਂ ਬਿੱਲਾਂ ਦਾ ਹੱਲ ਵੀ ਹੈਗਾ ਆ ਕਿਸਾਨ ਵੀਰੋ, ਉਹ ਵੀ ਪੱਕਾ ਲਿਖ ਕੇ ਲੈ ਲਓ। ਮੇਰੀਆਂ ਦੋ ਸ਼ਰਤਾਂ ਆ ਮੋਦੀ ਜੀ ਦੇ ਅੱਗੇ, ਦੋ ਜਾਂ ਹੱਲ। ਪਰ ਪਹਿਲਾਂ ਤੁਸੀਂ ਸਾਰੇ ਕਿਸਾਨ ਵੀਰ ਮੈਨੂੰ ਇੱਕ ਗੱਲ ਦੱਸੋ ਯਾਰ, ਕਿਨੂੰ ਇਹ ਗੱਲ ਦੱਸੋ ਮੋਦੀ ਜੀ ਕਿ ਤੁਹਾਨੂੰ ਇਹ ਤਿੰਨੇ ਬਿੱਲ ਵਾਪਸ ਲੈਣ ਵਾਸਤੇ ਕਿੰਨੀਆਂ ਸ਼ਹਾਦਤਾਂ ਚਾਹੀਦੀਆਂ, ਕਿੰਨੀਆਂ ਕੁਰਬਾਨੀਆਂ ਚਾਹੀਦੀਆਂ? ਦੱਸੋ, ਤੁਸੀਂ ਮੂੰਹੋਂ ਬੋਲੋ। ਜਿੰਨੀਆਂ ਤੁਸੀਂ ਕਹੋਗੇ ਨਾ ਉਹ ਤੋਂ ਦੁੱਗਣੇ ਬੰਦੇ ਸਾਹਮਣੇ ਖੜੇ ਹੋਣਗੇ। ਦੱਸੋ ਤੁਸੀਂ। ਕੈਪਟਨ ਸਾਹਿਬ ਕਿ ਕਿਸਾਨਾਂ ਨੂੰ ਤਾਂ ਚਲੋ ਮੰਨਿਆ ਨਹੀਂ ਪਤਾ, ਉਹ ਤਾਂ ਦਿੱਲੀ ਬੈਠੇ ਆ ਧਰਨੇ ਤੇ, ਕਿ ਉਹਨਾਂ ਦੇ ਮਗਰੋਂ ਉਹਨਾਂ ਦੀਆਂ ਜ਼ਮੀਨਾਂ ਵੀ ਐਕਵਾਇਰ ਹੋਣੀਆਂ ਸ਼ੁਰੂ ਹੋ ਗਈਆਂ। ਬੜੇ ਨੋਟਿਸ ਘੱਲੇ ਇਸ ਹਫਤੇ, ਮੈਂ ਪੂਰੀ ਵੈਬਸਾਈਟ ਚੈੱਕ ਕੀਤੀ ਸਰਕਾਰੀ। ਉਹ ਆ ਤਾਂ ਲਾਗੂ ਵੀ ਕਰ ਦਿੱਤੇ ਪੰਜਾਬ ਦੇ ਵਿੱਚ ਤਿੰਨੇ ਹੀ ਖੇਤੀ ਕਾਨੂੰਨ, ਤੇ ਤੁਸੀਂ ਇੱਥੇ ਧਰਨੇ ਲਾ ਕੇ ਬੈਠੇ ਹੋ। ਨਹੀਂ ਯਕੀਨ ਆਉਂਦਾ ਤਾਂ ਜਿਹੜੀ ਮਰਜ਼ੀ ਸਰਕਾਰੀ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਲਓ ਕਿ ਕਿੰਨੀ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਤੋਂ ਫਸਲ ਖਰੀਦੀ ਗਈ, ਕਿੰਨਾ ਝੋਨਾ ਖਰੀਦਿਆ ਗਿਆ। ਉਹ ਐਵੇਂ ਤਾਂ ਨਹੀਂ ਕਹਿ ਗਏ ਮੰਤਰੀ ਆਸ਼ੂ ਜੀ, ਆ ਸੁਣ ਲਓ। ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਦੇ ਵਿੱਚ ਵੀ ਲਾਗੂ ਨੇ ਕੇਂਦਰ ਦੇ ਕਾਨੂੰਨ। ਹਾਂਜੀ, ਇਹ ਹੈ ਨਾ ਲਾਗੂ ਹੋ ਚੁੱਕੇ ਹੋ ਆ, ਵਹਿਮ ਚ ਨਾ ਰਹੀਓ। ਲੀਗਲ ਤੌਰ ਤੇ ਫਸਲ ਵੇਚਣ ਤੇ ਉਹ ਕਿਸਾਨੋਂ ਨੇ ਕੇਂਦਰ ਦੇ ਕਾਨੂੰਨ ਚੱਕ ਲਓ ਆਪਣੀਆਂ ਟਰਾਲੀਆਂ ਤੇ ਜਿੱਥੋਂ ਆਏ ਆ ਵਾਪਸ ਚਲੇ ਜਾਓ, ਨਹੀਂ ਤਾਂ ਅੰਜਾਮ ਬਹੁਤ ਬੁਰਾ ਹੋਊਗਾ। ਮੋਦੀ ਆ ਮੋਦੀ ਜੀ, ਜੇ ਨਹੀਂ ਜਾਣਦੇ ਤਾਂ ਮੈਂ ਦੱਸ ਦਿੰਦਾ ਉਹਨਾਂ ਵੱਲੋਂ, ਤਾਂ ਸੁਣ ਲਓ ਕੰਨ ਖੋਲ ਕੇ। ਜੇ ਹਨਾ ਵਾਪਸ ਲੈਣੇ ਹੁੰਦੇ ਕਾਨੂੰਨ ਤਾਂ 30 ਤਰੀਕ ਨੂੰ ਹੀ ਲੈ ਲੈਂਦੇ। ਉਦੋਂ ਨਾਲੇ ਦੋ ਬਿੱਲ ਵਾਪਸ ਲੈ ਤਾਂ ਲਏ ਆ, ਇਸ ਤੇ ਜ਼ਿਆਦਾ ਦੱਸੋ ਕੀ ਕਰੀਏ। ਜੇ ਰੱਦ ਕਰਨੇ ਹੁੰਦੇ ਤਾਂ 30 ਨੂੰ ਕਰ ਦੇਣੇ ਸੀ, ਤੁਹਾਡਾ ਨਵਾਂ ਸਾਲ ਵੀ ਚੰਗਾ ਕੱਢ ਦੇਣਾ ਸੀ। 4 ਨੂੰ ਕਿਉਂ ਰੱਖੀ? ਤੇ ਨਾਲੇ ਆ ਬਹੁਤਿਆਂ ਨੇ ਵਿੱਚ ਰੌਲਾ ਪਾਇਆ ਕਿ 4 ਨੂੰ ਸਰਕਾਰ ਨੇ ਕੁਝ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਉਹ ਤੋਮਰ ਤੇ ਪੂਰੀ ਉਹਨਾਂ ਦੀ ਸਰਕਾਰੀ ਸਾਡੀ ਟੀਮ ਨੇ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਆ ਜਿੰਨੇ ਮਰੇ ਆ। ਇਸ ਤੋਂ ਜ਼ਿਆਦਾ ਦੱਸੋ ਹੋਰ ਕੀ ਕਰ ਦਈਏ? ਹੈ ਹੱਦ ਆ ਯਾਰ। ਜੇ ਬਹੁਤੀ ਗੱਲ ਆ ਤਾਂ ਅਗਲੀ ਮੀਟਿੰਗ 'ਚ ਲੱਖ ਲੱਖ ਰੁਪਈਆ ਵੀ ਦੇ ਦਾਂਗੇ, ਪਰ ਇਦੋਂ ਜ਼ਿਆਦਾ ਕੋਈ ਉਮੀਦ ਨਾ ਰੱਖਿਓ। ਕੋਈ ਬਿੱਲ ਬੁੱਲ ਰੱਦ ਨਹੀਂ ਹੋਣੇ, ਪਹਿਲਾਂ ਤੁਹਾਨੂੰ ਦੱਸ ਜਾਈਏ। ਇਸ ਕਰਕੇ ਜੇ ਹਨਾ ਆ ਕਿਸਾਨੋ ਤੁਸੀਂ ਸਭ ਦਾ ਭਲਾ ਚਾਹੁੰਦੇ ਹੋ ਨਾ, ਤਾਂ ਆਪਣੀ ਟਿੰਡ ਫੋੜੀ ਚੱਕੋ ਤਾਂ ਵਾਪਸ ਚਲ ਜਾਓ ਜਿੱਥੋਂ ਆਏ ਆ, ਕਿਉਂਕਿ ਇਹ ਸਾਡੇ ਮੋਦੀ ਜੀ ਆ। ਮੋਦੀ ਜੀ ਬੈਕ ਫਰੋਲ ਕੇ ਦੇਖ ਲਓ, ਜੋ ਅੱਜ ਤੱਕ ਡਿਸੀਜਨ ਲੈ ਲਿਆ ਹਨਾ ਉਹ ਤੋਂ ਕਦੀ ਪਿੱਛੇ ਨਹੀਂ ਹਟੇ। ਜੋ ਮਰਜ਼ੀ ਹੋ ਜੇ, ਦੁਨੀਆ ਇੱਧਰ ਦੀ ਉੱਧਰ ਹੋ ਜੇ। ਨਹੀਂ ਯਕੀਨ ਆਉਂਦਾ ਹਨਾ ਤਾਂ ਆਹ ਗੁਜਰਾਤੀਆਂ ਨੂੰ ਪੁੱਛ ਕੇ ਦੇਖਿਓ ਕੀ ਹੱਲ ਕੀਤਾ ਸੀ। ਦੰਗੇ ਕਰਵਾਤੇ ਹੀ ਅਣਖ ਦੀ ਖਾਤਰ, ਦੰਗੇ। ਜੇ ਇੰਨੀ ਗੱਲ ਤੁਹਾਨੂੰ ਪੁਰਾਣੀ ਯਾਦ ਨਹੀਂ ਨਾ, ਆ ਤਾਜ਼ਾ ਹੀ ਪੁੱਛ ਲਓ ਕਸ਼ਮੀਰੀਆਂ ਨੂੰ। 370 ਜਦੋਂ ਧਾਰਾ ਲਾਈ ਹੈ, ਅੰਦਰ ਹੀ ਹੋੜ ਤੇ ਹੀ ਨੈਟ ਨੂਟ ਬੰਦ ਕਰਵਾਤੇ ਸੀ। ਇਸ ਕਰਕੇ ਜੇ ਹੋਰ ਵੀ ਤੁਹਾਨੂੰ ਨਹੀਂ ਨਾ ਪਤਾ ਤਾਂ ਦੁਬਾਰਾ ਸੱਤਾ ਚ ਆਉਣ ਨੂੰ ਸਾਡੇ ਮੋਦੀ ਜੀ ਨੇ ਹਨਾ ਸਰਜੀਕਲ ਸਟ੍ਰਾਈਕ ਤੇ ਪੁਲਵਾਮਾ ਅਟੈਕ ਤੱਕ ਕਰਵਾਤਾ। ਉਹ ਆਪਣੇ ਜਵਾਨ ਨਹੀਂ ਬਖਸ਼ੇ। ਜਦੋਂ ਅਣਖ ਦੀ ਗੱਲ ਆਉਂਦੀ ਆ ਤਾਂ ਕਿਸਾਨ ਕੀ ਚੀਜ਼ ਆ। ਇਸ ਕਰਕੇ ਮੂਰਖੋ, ਤੁਹਾਨੂੰ ਤਾਂ ਕੱਖ ਵੀ ਨਹੀਂ ਪਤਾ, ਤੁਸੀਂ ਕੱਖ ਨਹੀਂ ਕਰ ਸਕਦੇ। ਪਾਵਰ ਸਾਡੀ, ਸਰਕਾਰ ਸਾਡੀ, ਫੌਜ ਸਾਡੀ, ਪੁਲਿਸ ਸਾਡੀ, ਰਾਸ਼ਟਰਪਤੀ ਸਾਡਾ, ਸੁਪਰੀਮ ਕੋਰਟ ਸਾਡੀ, ਗ੍ਰਹਿ ਮੰਤਰੀ ਸਾਡਾ। ਉਹ ਤੁਹਾਨੂੰ ਤਾਂ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਐਤਵਾਰ ਨੂੰ ਇਹਨਾਂ ਤਿੰਨਾਂ ਬਿੱਲਾਂ ਤੇ ਰਾਸ਼ਟਰਪਤੀ ਦੇ ਸਾਈਨ ਕਰਵਾਤੇ ਸੀ, ਤੇ ਨਾਲੇ ਤਕੜਾ ਲੀਡਰ ਰਿਹਾ RSS ਦਾ ਸਾਡਾ ਰਾਸ਼ਟਰਪਤੀ। ਤੇ ਰਹਿ ਗਈ ਗੱਲ, ਤੁਹਾਨੂੰ ਤਾਂ ਇੰਨਾ ਵੀ ਨਹੀਂ ਕਿਸੇ ਨੂੰ ਪਤਾ ਕਿ ਬਿਨਾਂ VOTING ਤੋਂ ਇਲੀਗਲ ਤਰੀਕੇ ਦੇ ਨਾਲ ਹੀ ਇਹ ਵਾਲੇ ਬਿੱਲ ਨਾ ਵਿਧਾਨ ਸਭਾ 'ਚ ਵੀ ਲਾਗੂ ਕਰਤੇ ਸੀ, ਮੈਕ ਥੱਲੇ ਕਰਕੇ। ਇਸ ਕਰਕੇ ਆ ਨਾ, ਤੁਹਾਨੂੰ ਤਾਂ ਕਿਸੇ ਨੂੰ ਇਹ ਵੀ ਨਹੀਂ ਪਤਾ ਮੂਰਖਾਂ ਨੂੰ
ਕਿ ਆ ਜਿਹੜੇ ਤੁਸੀਂ ਕੈਪਟਨ ਬਾਦਲ ਦੀਆਂ ਗੱਲਾਂ ਕਰਦੇ ਆ ਨਾ, ਇਹ ਵੀ ਸਾਡੇ ਹੀ ਵਿਛਾਇਓ ਪੱਤੇ ਆ, ਸਾਡੇ ਲਈ ਖੇਡਦੇ ਆ। ਤੇ ਆ ਤੁਹਾਡਾ ਕੇਜਰੀਵਾਲ ਸਾਡੇ ਕੀ ਪੂਛ ਹਿਲਾਉਂਦਾ ਆਪਣੀ। ਉਹ ਤੁਸੀਂ ਜੋ ਮਰਜ਼ੀ ਕਰ ਲਓ, ਕੱਖ ਨਹੀਂ ਪੜ ਸਕਦੇ ਸਰਕਾਰ ਦਾ। ਮੀਡੀਆ ਤੱਕਰ ਸਾਡਾ, ਅਸੀਂ ਕੋਈ ਵੀ ਖਬਰ ਬਾਹਰ ਪਹੁੰਚਾ ਸਕਦੇ ਆ। ਇਸ ਕਰਕੇ ਸਾਨੂੰ ਕੋਈ ਲਾਲਚ ਨਹੀਂ ਤੁਹਾਡੀਆਂ ਵੋਟਾਂ ਦਾ, ਤੁਹਾਨੂੰ ਦੱਸ ਦਈਏ, ਕਿਉਂਕਿ ਤੁਸੀਂ ਬਟਨ ਜਿਹੜਾ ਮਰਜ਼ੀ ਈਵੀਐਮ ਮਸ਼ੀਨ ਦਾ ਬਟਨ ਦਬ ਦਈਓ, ਵੋਟ ਤਾਂ ਸਾਨੂੰ ਹੀ ਪੈਣੀ ਆ। ਸਰਕਾਰ ਸਾਡੇ ਮੋਦੀ ਜੀ ਦੀ ਹੀ ਆਉਣੀ ਆ, ਤੁਹਾਨੂੰ ਦੱਸ ਦਈਏ। ਇਸ ਕਰਕੇ ਆਪਣਾ ਪੜਿਆ ਵਿਚਾਰ ਲਓ। ਵਾਹ ਬਈ ਵਾਹ। ਤੇ ਆ ਜੀ ਸੋਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੀ। ਤੇ 2017 ਵਿੱਚ ਕੈਪਟਨ ਸਾਹਿਬ ਨੇ ਵੀ ਕੋਈ ਘਟ ਨਹੀਂ ਕੀਤੀ APMC ਸੋਧ ਐਕਟ ਨੂੰ ਲਾਗੂ ਕਰਵਾ ਕੇ। ਵਾਹ ਬਈ ਵਾਹ, ਵਾਹ ਬਈ ਵਾਹ, ਬਹੁਤ ਵਧੀਆ, ਵੈਰੀ ਗੁੱਡ। ਚਲੋ ਛੱਡੋ, ਅੱਜ ਬਹੁਤ ਹੋ ਗਿਆ ਵੀਰੋ। ਪਰ ਤੁਸੀਂ ਸਾਰੇ ਜਾਣੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜਾ ਬੰਦਾ ਆਪਣੀ ਜਨਾਨੀ ਨਹੀਂ ਸਾਂਭ ਸਕਿਆ, ਆਪਣਾ ਪਰਿਵਾਰ ਨਹੀਂ ਚਲਾ ਸਕਿਆ, ਯਾਰ ਉਹ ਦੇਸ਼ ਚਲਾਊਗਾ? ਮੈਂ ਤਾਂ ਹੈਰਾਨ ਆ ਯਾਰ ਕਿ ਸਾਡੇ ਦੇਸ਼ ਵਿੱਚ ਜਿੰਨੇ ਛੜੇ ਅਨਪੜ੍ਹ ਗਵਾਰ ਤੇ ਤੜੀ ਪਾਰ ਸਾਡੇ ਉੱਤੇ ਰਾਜ ਕਰਨ ਲੱਗੇ। ਕਹਿੰਦਾ ਕਹਾਉਂਦਾ IPS ਆਫੀਸਰ ਬੰਦਾ ਇਹਨਾਂ ਨੂੰ ਏਦਾਂ ਸਲੂਟ ਮਾਰਦਾ, ਵੈਲ ਐਜੂਕੇਟਡ ਇਹਨਾਂ ਗਵਾਰਾਂ ਨੂੰ। ਹੱਦ ਵਾ ਯਾਰ। ਤੇ ਆਪਣੇ ਆਪ ਨੂੰ ਇਹ ਚੌਕੀਦਾਰ ਦੱਸਦੇ ਆ। ਚੋਰ ਇਹ ਚੌਕੀਦਾਰ, ਚੋਰ ਇਹ ਜਿਹਨੇ ਪਤਾ ਨਹੀਂ ਐਸ ਕਿਸਾਨੀ ਅੰਦੋਲਨ ਵਿੱਚ ਕਿੰਨੀਆਂ ਮਾਵਾਂ ਭੈਣਾਂ ਦੇ ਸੁਹਾਗ ਚੋਰੀ ਕਰ ਲਏ। 70 ਤੋਂ ਵੱਧ ਮੌਤਾਂ। ਉਹ 56 ਇੰਚ ਦਾ ਸੀਨਾ ਦੱਸਣ ਵਾਲਿਆ, 70 ਤੋਂ ਵੱਧ ਮੌਤਾਂ। ਮੈਨੂੰ ਦੱਸ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ? ਮੈਂ ਤੁਹਾਡੇ ਦੇਸ਼ ਦਾ ਇੱਕ ਨਾਗਰਿਕ ਬੋਲਦਾ, ਮੈਂ ਵੋਟ ਕਰਦਾ, ਮੈਂ ਨਾਗਰਿਕ ਹਾਂ ਇਸ ਦੇਸ਼ ਦਾ। ਮੋਦੀ ਜੀ ਮੈਨੂੰ ਦੱਸੋ ਕਿ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਕਿਹਦੇ ਉੱਤੇ ਪਰਚਾ ਹੋਵੇ ਇਹਨਾਂ ਸਾਰਿਆਂ ਦੀ ਸ਼ਹੀਦੀ ਦਾ? ਉਹ ਮੋਦੀ ਜੀ, ਜਾਂ ਤਾਂ ਤੁਸੀਂ ਨਾ ਬਿੱਲ ਰੱਦ ਕਰ ਦਿਓ ਤੇ ਜਾਂ ਅਸਤੀਫਾ ਦੇ ਦਿਓ, ਜਾਂ ਫਿਰ ਦੱਸੋ ਕਿ ਇਹਨਾਂ ਮੌਤਾਂ ਦਾ ਪਰਚਾ ਅਸੀਂ ਕਿਹਦੇ ਤੇ ਕਰਵਾਈਏ? ਆ ਸਾਰੀਆਂ ਸ਼ਹਾਦਤਾਂ ਦਾ ਪਰਚਾ ਕਿਹਦੇ ਉੱਤੇ ਕਰਵਾਈਏ? ਵੀਰ ਮੇਰਿਓ, ਇੱਥੇ ਆ ਨਾ ਕੋਈ ਬੰਦਾ ਕਿਸੇ ਦਾ ਨਾਮ ਲਿਖ ਕੇ ਸੁਸਾਈਡ ਕਰਦੇ ਆ ਨਾ, ਤਾਂ ਉਹਦੇ ਉੱਤੇ ਝੱਟ ਦੇਣੀ ਕਾਰਵਾਈ ਹੋ ਜਾਂਦੀ ਆ। ਤੇ ਮੈਨੂੰ ਕੋਈ ਬੰਦਾ ਦੱਸ ਸਕਦਾ ਕਿ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਦੇ ਉੱਤੇ ਪਰਚਾ ਨਹੀਂ ਹੋ ਸਕਦਾ? ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ? ਉਹ ਬਾਬਾ ਰਾਮ ਸਿੰਘ ਜੀ, ਉਹ ਇੱਕ ਵਕੀਲ ਵੀ ਰਿਟਨ ਦੇ ਵਿੱਚ, ਉਹ ਵੀ ਰਿਟਨ ਦੇ ਵਿੱਚ ਬਾਬਾ ਰਾਮ ਸਿੰਘ ਜੀ ਵੀ ਲਿਖ ਕੇ ਗਏ, ਇੱਕ ਅੰਦਰ ਟਾਇਲਟ ਦੇ ਵਿੱਚ। ਇੱਕ ਮਿੰਟ, ਹੱਦ ਆ ਯਾਰ। ਆ ਦੇਖਿਓ ਜਰਾ, ਉਹ 56 ਇੰਚ ਦੇ ਸੀਨੇ ਵਾਲਿਆ, ਦੇਖੀ ਜਰਾ, ਦੇਖ ਜਰਾ, ਦੇਖੀ ਆ, ਦੇਖੀ। ਅਸੀਂ ਲੰਗਰ ਵੀ ਨਹੀਂ ਸ਼ੁਰੂ ਕੀਤਾ ਸੀਗਾ, ਅੱਜ ਬਿਨਾਂ ਪਾਣੀ ਪੀਤੇ ਅਸੀਂ ਹੱਦ ਆ। ਤੇ ਅਸੀਂ ਸਰਕਾਰ ਨੂੰ ਫੇਰ ਕਹਿੰਦੇ ਆ ਕਿ ਸਾਨੂੰ ਇੰਨਾ ਮਜਬੂਰ ਨਾ ਕਰੋ। ਆ ਦੇਖੋ ਮੋਦੀ ਜੀ, ਤੇ ਜਾਂ ਸਾਨੂੰ ਗੋਲੀਆਂ ਮਾਰ ਦਿਓ ਤੇ ਜਾਂ ਸਾਡਾ ਇਹ ਬਿੱਲ ਕੈਂਸਲ ਕਰ ਦਿਓ, ਕਿਉਂਕਿ ਹੋਰ ਸਾਡੇ ਤੋਂ ਹੁਣ ਬਰਦਾਸ਼ਤ ਨਹੀਂ। ਠੋਕਦੇ, ਸਿੱਧਾ ਹੀ ਠੋਕਦੇ। ਆ ਦੇਖ ਜਰਾ, ਆ ਦੇਖੀ, ਆ ਦੇਖੀ। ਹੱਦ ਆ ਵੀਰ ਮੇਰਿਓ। ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਹ ਜਵਾਬ ਚਾਹੁੰਦਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਸਾਨੂੰ ਦੱਸੋ ਕਿ ਇਹਨਾਂ ਮੌਤਾਂ ਦਾ, ਇਹਨਾਂ ਸ਼ਹੀਦੀਆਂ ਦਾ ਅਸੀਂ ਪਰਚਾ ਕਿਹਦੇ ਉੱਤੇ ਕਰਵਾਈਏ, ਕਿਹਦੇ ਉੱਤੇ ਕਰਵਾਈਏ? ਤੇ ਰਹਿ ਗਈ ਗੱਲ ਵੀਰ ਮੇਰਿਓ, ਇਦਾਂ ਦੀ ਵੀ ਗੱਲ ਨਹੀਂ ਹੈਗੀ। ਇੱਕ ਮਿੰਟ, ਆ ਤੁਹਾਨੂੰ ਦਿਖਾਉਣੇ ਜਰਾ, ਇੱਕ ਮਿੰਟ। ਇਹ ਕਿੱਥੇ ਚਲ ਗਈ? ਆ ਲੋ, ਮੈਂ ਸਲੂਟ ਕਰਦਾ ਇਸ ਵੀਰ ਨੂੰ। 16 ਸੁਸਾਈਡ ਕਮਿਟ ਕਰਨ ਵੇਲੇ ਉਹਨਾਂ ਨੇ ਕਮਿਟ ਕਰਨ ਤੋਂ ਪਹਿਲਾਂ ਉਹਨਾਂ ਨੇ ਸੁਸਾਈਡ ਨੋਟ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਗਵਰਨਮੈਂਟ ਨੂੰ ਦੋਸ਼ੀ ਠਹਿਰਾਇਆ। ਬਿਲਕੁਲ ਠਹਿਰਾਇਆ। ਗਵਰਨਮੈਂਟ ਕਿਹਦੀ ਆ? ਨਰਿੰਦਰ ਮੋਦੀ ਜੀ ਦੀ। ਵਾਈ ਇਹ ਵੀ ਸਾਰੇ ਵੀਰਾਂ ਨੂੰ ਮੇਰੀ ਅਪੀਲ ਆ ਕਿ ਇਹ ਵੀ ਇੱਕ ਪਰਚਾ ਬਣਦਾ। ਜਾਂ ਤਾਂ ਇਹ ਅਸਤੀਫਾ ਦੇ ਦੇਣ, ਤਾਂ ਜਾਂ ਸਾਰੇ ਵੀਰ ਇਕੱਠੇ ਹੋ ਕੇ ਇਹਨਾਂ ਸ਼ਹੀਦੀਆਂ ਦਾ ਪਰਚਾ PM ਮੋਦੀ ਤੇ ਕਰਵਾਓ। ਕਿਉਂ ਨਹੀਂ ਹੁੰਦਾ?
ਕਿਉਂ ਨਹੀਂ ਹੁੰਦਾ? ਉਹ ਕਹਿੰਦੇ ਵੀ ਕੰਪਲੇਂਟ ਬਹੁਤ ਮੋਦੀ ਜੀ ਤੁਸੀਂ ਦੱਸੋ ਕਿਉਂ ਨਹੀਂ ਹੋ ਸਕਦਾ? ਏਡੀ ਵੱਡੀ ਮੌਕੇ ਦੇ ਸੀਐਮ ਔਰ ਪੀਐਮ ਦੇ ਖਿਲਾਫ ਵਾਹ, ਪਹਿਲ ਹੋ ਸਕਦਾ ਇਹ ਬੀਜੇਪੀ ਦੇ ਉੱਤੇ ਤੇ ਮੋਦੀ ਸਰਕਾਰ ਦੇ ਉੱਤੇ, ਕਿਉਂਕਿ ਇਹਨਾਂ ਦੇ ਕਾਰਨ ਹੀ ਇਹ 70 ਮੌਤਾਂ ਹੋਈਆਂ, ਇਹਨਾਂ ਦੇ 3 ਬਿੱਲਾਂ ਦੇ ਕਾਰਨ। ਉਹ ਇਹਨਾਂ ਦੇ ਉੱਤੇ ਸਿਵਲ ਕੇਸ ਫਾਈਲ ਕਰੋ ਪਰਸਨਲ ਇੰਜਰੀ ਦਾ, ਉਹਨਾਂ ਸਾਰੇ ਪਰਿਵਾਰਾਂ ਤੋਂ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਗਏ ਆ। ਫਾਈਲ ਥੋੜੀ ਮੋਟੀ ਬਣੂਗੀ ਲੇਕਿਨ ਕੇਸ ਦਰਜ ਹੋ ਸਕਦਾ ਏ ਔਰ ਬਣਦਾ ਵੀ ਏ, ਇਹ ਤੁਹਾਨੂੰ ਮੈਂ ਦੱਸ ਦਿੰਦਾ। ਤੇ ਰਹਿ ਗਈ ਗੱਲ ਵੀਰ ਮੇਰਿਓ, ਅੱਜ ਦੇ ਹੀ ਦਿੱਤਾ, ਪੱਕਾ ਐਲਾਨ ਕਰਤਾ ਜੀ ਕਿ ਅਸੀਂ ਬਿੱਲ ਵਾਪਸ ਨਹੀਂ ਲੈਣੇ, ਕਿ ਨਹੀਂ? ਉਹ ਇਸ ਚੀਜ਼ ਦਾ ਵੀ ਹੱਲ ਹੈਗਾ ਕਿਸਾਨ ਵੀਰੋ, ਇਸ ਚੀਜ਼ ਦਾ ਵੀ ਹੱਲ ਹੈਗਾ ਏ, ਉਹ ਵੀ ਪੱਕਾ, ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਪਰ ਪਹਿਲਾਂ ਥੋੜਾ ਜਿਹਾ ਤੁਸੀਂ ਸਮਝ ਲਓ ਕਿ ਇਹ ਹੋ ਕੀ ਰਿਹਾ ਏ। ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ ਕਿਉਂ ਪੈ ਰਹੀ ਆ? ਤੁਹਾਨੂੰ ਗਮਰਾਹ ਕੀਤਾ ਜਾ ਰਿਹਾ ਹੈ। ਇਸ ਜਿਹੜਾ ਤੁਹਾਨੂੰ ਤਰੀਕਾ ਦੇ ਰਹੇ ਨਾ, ਉਹਦੇ ਅੰਡਰ ਬਹੁਤ ਪਲੈਨਿੰਗ ਵੱਡੀ ਹੋ ਰਹੀ ਆ ਪਿੱਛੇ, ਦੱਸਦੇ ਆ, ਕਰਦੇ ਆ ਗੱਲ ਉਹ ਵੀ। ਤੇ ਰਹਿ ਗਈ ਗੱਲ ਜਿਹੜਾ ਤੁਹਾਨੂੰ ਹਨਾ 4 ਤਰੀਕ ਨੂੰ ਇਹਨਾਂ ਨੇ ਦਿੱਤਾ, ਜੁਮਲਾ ਦਿੱਤਾ 4 ਤਰੀਕ ਨੂੰ 2 ਬਿੱਲ ਵਾਪਸ ਲਏ ਆ। ਪਹਿਲੀ ਤਾਂ ਗੱਲ ਉਹ 2 ਬਿੱਲ ਬਣੇ ਨਹੀਂ ਸੀ, ਸਿਰਫ ਅਮੈਂਡਮੈਂਟ ਸੀ। ਤੇ ਦੂਸਰੀ ਗੱਲ ਉਹ ਜਿਹੜੇ 2 ਬਿੱਲ ਇਹਨਾਂ ਨੇ ਜੁਮਲਾ ਲੌਲੀਪੌਪ ਦਿੱਤਾ ਨਾ, ਉਹ ਕਿਸਾਨਾਂ ਦੇ ਲਈ ਕੋਈ ਹਾਨੀਕਾਰਕ ਐਡੇ ਸੀਗੇ ਹੀ ਨਹੀਂ। ਦਰਅਸਲ ਪਹਿਲਾ ਬਿੱਲ ਝੋਲੀ ਪਾਇਆ ਜੀ ਕੇਜਰੀਵਾਲ ਦੇ, ਉਹ ਸੀਗਾ ਪੋਲਿਊਸ਼ਨ ਦਾ ਮੁੱਦਾ, ਠੀਕ ਆ ਜੀ, ਐਨਸੀਆਰ ਜ਼ੋਨ। ਤੇ ਦੂਜਾ ਜਿਹੜਾ ਨਾ ਪਾਵਰ ਬਿਜਲੀ ਸੋਧ ਬਿੱਲ, ਉਹ ਉਹਦੇ ਪਿੱਛੇ ਦੀ ਤਾਂ ਥਿਊਰੀ ਬਹੁਤ ਵੱਡੀ ਆ, ਤੁਹਾਡੇ ਅਜੇ ਸਮਝ ਨਹੀਂ ਆਉਣ ਵਾਲੀ। ਬੜੇ ਤਗੜੇ ਪਾਵਰ ਪਲਾਂਟ ਲੱਗਣ ਵਾਲੇ ਆ, ਕਿਉਂਕਿ ਹੁਣ ਬਿਜਲੀ ਤੇ ਗੱਡੀਆਂ ਆਉਣ ਵਾਲੀਆਂ ਬੜੀ ਜਲਦੀ। ਤੇ ਉਹਨਾਂ ਦਾ ਸਾਰੇ ਦਾ ਸਾਰਾ ਦੇ ਦਿੱਤਾ ਗਿਆ ਜੀ ਕੰਟੈਕਟ ਟਾਟਾ ਨੂੰ ਤੇ ਰਿਲਾਇੰਸ ਨੂੰ। ਅਜੇ ਹੋਰ ਵੀ ਆ ਗੱਲਾਂ, ਤੁਹਾਨੂੰ ਇੱਕ ਮਿੰਟ, ਮੇਰੇ ਕੋਲ ਕੋਈ ਇਹੋ ਜਿਹੀ ਜਾਨੀ ਟੈਕਨੋਲੋਜੀ ਹੈ ਨਹੀਂ ਕਿ ਮੈਂ ਤੁਹਾਨੂੰ ਪੂਰੀ ਡਿਟੇਲ ਸਮਝਾ ਸਕਾਂ। ਚਲੋ ਫਿਰ ਵੀ ਆਪਾਂ ਅੱਜ ਕੋਸ਼ਿਸ਼ ਕਰਦੇ ਹਾਂ। ਇੱਕ ਮਿੰਟ ਖੁੱਲ ਜਾ। ਚਲੋ ਪਹਿਲਾਂ ਤੁਸੀਂ ਨਾ ਇਹ ਸਮਝੋ ਕਿ ਆ ਜਿਹੜਾ ਤੁਹਾਨੂੰ ਡਰਾਵਾ ਦਿੱਤਾ ਗਿਆ 1 ਕਰੋੜ ਰੁਪਈਆ ਜੁਰਮਾਨਾ ਪਰਾਲੀ ਸਾੜਨ ਦਾ, ਠੀਕ ਆ ਜੀ, ਤੇ 5 ਸਾਲ ਦੀ ਸਜ਼ਾ। ਉਹ ਪਹਿਲਾਂ ਤਾਂ ਤੁਸੀਂ ਮੈਨੂੰ ਮੋਦੀ ਜੀ ਇੱਕ ਗੱਲ ਇਹ ਦੱਸੋ ਕਿ ਜਿਹੜੇ ਬੰਦੇ ਦੀ ਜ਼ਮੀਨ ਹੀ 1-2 ਕਿੱਲੇ ਆ, ਉਹ ਆਪਣੇ ਅੰਗ ਵੇਚ ਕੇ ਤੁਹਾਡਾ 1 ਕਰੋੜ ਦਊਗਾ ਤੇ 5 ਸਾਲ ਦੀ ਸਜ਼ਾ ਉਹਨਾਂ ਦੇ ਬੱਚਿਆਂ ਨੂੰ ਦੇ ਦਈਓ, ਕਿ ਨਹੀਂ ਜੀ? ਤੇ ਰਹਿ ਗਈ ਗੱਲ ਆ ਜਿਹੜਾ ਤੁਸੀਂ ਦੂਜਾ ਰੌਲਾ ਪਾਇਆ ਸੀ ਜੀ, ਸਾਡੀ ਮੋਟਰਾਂ ਦੀ ਸਬਸਿਡੀ ਖਤਮ ਹੋ ਜਾਣੀ ਆ, ਉਹ ਇਹ ਤਾਂ ਸਿਰਫ ਬਿੱਲ ਦੋਨੇ ਤਾਂ ਤਿਆਰ ਕੀਤੇ ਸੀ ਤੁਹਾਨੂੰ ਜਿਹੜੇ 30 ਤਰੀਕ ਨੂੰ ਦੇਣੇ ਸੀ ਲੌਲੀਪੌਪ, ਉਹਦੇ ਵਾਸਤੇ ਮੈਂ ਸਾਬਤ ਕਰ ਸਕਦਾ, ਪੂਰਾ ਓਪਨ ਚੈਲੰਜ ਕਰਕੇ ਕਹਿਣਾ। ਤੇ ਰਹਿ ਗਈ ਗੱਲ ਬਿਜਲੀ ਦੀ, ਉਹ ਤਾਂ ਸੈਂਟਰਲਾਈਜੇਸ਼ਨ ਤਾਂ ਵੀ ਹੋਣੀ ਆ, ਦੇਖ ਲਈਓ ਬੇਸ਼ੱਕ ਦੀ, ਤੁਹਾਨੂੰ ਤਾਂ ਪਤਾ ਹੀ ਨਹੀਂਗਾ ਕਿ ਪਿੱਛੇ ਕੀ ਹੋ ਰਿਹਾ ਇਹਦੇ, ਠੀਕ ਆ ਜੀ। ਹੁਣ ਆਉਨੇ ਆਪਾਂ ਜੀ देती समाधान की कोई उम्मीद नहीं है। हाँ जी, किसान आज नेताओं दी और सरकार के बीच 15 जनवरी को फिर से अब बैठक होगी। आज करीब 2.5 घंटे तक चली बातचीत में हाँ जी, ਹੁਣ ਤੁਹਾਨੂੰ 15 ਤਰੀਕ ਦੇ ਦਿੱਤੀ ਗਈ ਹੈ ਨਾ ਜੀ। ਵਾਹ ਬਈ ਵਾਹ, ਉਹ ਇਹ ਸਾਰੇ ਵਿੱਚੋਂ ਰਲੇ ਮਿਲੇ ਹੋ ਆ ਸਾਰੇ ਹੀ। ਕਹਿੰਦੇ ਹੁੰਦੇ ਆ ਕਿ ਜਦੋਂ ਚੌਕੀਦਾਰ ਹੀ ਚੋਰ ਹੋਵੇ ਤਾਂ ਤੁਹਾਨੂੰ ਬਚਾਊਗਾ ਕੌਣ? ਤੇ ਸਾਡਾ ਕਪਤਾਨ ਪਤਾ ਨਹੀਂ ਕਿਹੜੀ ਬਟਾਲੀਅਨ ਦਾ ਕਪਤਾਨ ਸੀਗਾ, ਠੀਕ ਆ ਜੀ। ਹਾਂਜੀ, ਸਭ ਤੋਂ ਪਹਿਲਾਂ ਕੈਪਟਨ ਸਾਹਿਬ, ਇੱਕ ਬੰਨੇ ਦਾ ਤੁਸੀਂ ਕਹਿੰਦੇ ਆ ਕਿ ਜੀ ਮੈਂ ਕਿਸਾਨਾਂ ਦੇ ਨਾਲ ਆ ਜੀ, ਕਿਸਾਨਾਂ ਦੇ ਨਾਲ, ਠੀਕ ਆ ਜੀ। ਤੇ ਦੂਜੇ ਬੰਨੇ ਤੁਹਾਨੂੰ ਮੈਂ ਇੱਕ ਗੱਲ ਇਹ ਵੀ ਦੱਸ ਦਿੰਦਾ ਕਿ ਆ ਬਿੱਲ ਲਿਆਉਣ ਦੇ ਵਿੱਚ ਜ਼ਿੰਮੇਵਾਰ ਬਰਾਬਰ ਦੇ ਤੁਸੀਂ ਹੋ, ਤੁਸੀਂ ਬਰਾਬਰ ਦੇ ਜ਼ਿੰਮੇਵਾਰ ਹੋ। ਤੇ ਰਹਿ ਗਈ ਗੱਲ ਕਿ ਤੁਹਾਨੂੰ ਇੰਨਾ ਨਹੀਂ ਪਤਾ ਕਿ ਜਦੋਂ ਤੁਹਾਡੇ ਕੋਲ ਪਹਿਲੀ ਲੈਟਰ ਆਈ ਸੀ ਕਿ ਉਦੋਂ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰਨੀ ਚਾਹੀਦੀ ਸੀ ਕਿ ਨਹੀਂ? ਇਸ ਕਾਨੂੰਨ ਬਾਰੇ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਨਾ। ਤੁਹਾਨੂੰ ਤਾਂ ਸਿਰਫ ਇੰਨਾ ਪਤਾ ਕਿ ਜੇ ਤੇਕਸ਼ਨ ਸੂਦ ਦੇ ਘਰ ਦੇ ਅੱਗੇ ਗੋਹੇ ਦੀ ਟਰਾਲੀ ਕੋਈ ਸੁੱਟ ਜਾਂਦਾ ਏ ਕਿਸਾਨ ਸਤਿਆ, ਤਾਂ ਉਹਦੇ ਉੱਤੇ 307 ਦੀ ਪਰਚਾ, 307 ਧਾਰਾ ਲਾ ਕੇ ਪਰਚਾ ਕਰਨਾ ਏ। ਤੇ ਜਾਂ ਫਿਰ ਆ ਜਿਹੜਾ ਸਾਡਾ ਗਰੇਵਾਲ ਤੁਹਾਡਾ, ਠੀਕ ਆ, ਵਿੱਚੋਂ ਇੱਕੋ ਹੀ ਆ ਤੁਸੀਂ, ਕਿ ਜਦੋਂ ਉਹਦੇ ਵਿਰੁੱਧ ਗਰੇਵਾਲ ਜਿਹੜਾ ਹਰ ਟਾਈਮ ਕਿਸਾਨਾਂ ਦੇ ਉੱਤੇ ਜ਼ਹਿਰ ਘੋਲਦਾ ਤੇ ਉਹਦੇ ਬਰਖਲਾਫ ਬੋਲਣ ਵਾਲੇ ਦੇ ਉੱਤੇ ਦੇਸ਼ ਧਰੋਹੀ ਦਾ ਪਰਚਾ ਕਰਨਾ। ਤੁਹਾਨੂੰ ਇੰਨਾ ਹੀ ਪਤਾ ਹੈ ਨਾ ਜੀ ਕੈਪਟਨ ਸਾਹਿਬ? ਵੈਰੀ ਗੁੱਡ, ਵਧੀਆ ਤੁਹਾਡੀ ਬਾਈ
ਵਕਾਲਤਾਂ ਕਿ ਨਹੀਂ ਜੀ। ਤੇ ਪਹਿਲਾਂ ਇੱਕ ਗੱਲ ਦੱਸੋ ਕੈਪਟਨ ਸਾਹਿਬ ਕਿ ਚਲੋ ਕਿਸਾਨਾਂ ਨੂੰ ਤਾਂ ਨਹੀਂ ਪਤਾ, ਉਹ ਤਾਂ ਦਿੱਲੀ ਬੈਠੇ ਧਰਨੇ 'ਚ, ਕਿ ਤੁਹਾਡੇ ਤੋਂ ਮਗਰੋਂ ਤੁਹਾਡੀਆਂ ਤਾਂ ਜ਼ਮੀਨਾਂ ਵੀ ਐਕਵਾਇਰ ਹੋਣੀਆਂ ਸ਼ੁਰੂ ਹੋ ਗਈਆਂ ਸ਼ੁਰੂ ਜੀ। ਬੜੇ ਨੋਟਿਸ ਘੱਲੇ ਇਸ ਹਫਤੇ ਤੁਸੀਂ ਜ਼ਮੀਨ ਐਕਵਾਇਰ ਕਰਨ ਦੇ। ਹਾਂਜੀ, ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਹਾਂਜੀ, ਜਿਹੜਾ ਹਾਈਵੇ ਬਣਨਾ ਦਿੱਲੀ, ਅੰਮ੍ਰਿਤਸਰ ਤੇ ਖੱਟੜਾ ਕਿ ਨਹੀਂ ਜੀ। ਪਰ ਤੁਸੀਂ ਇੱਕ ਗੱਲ ਇਹ ਵੀ ਦੇਖੋ ਕੈਪਟਨ ਸਾਹਿਬ ਕਿ ਉਹਨਾਂ ਨੇ ਤੁਹਾਡੀ ਵੀ ਨਹੀਂ ਮੰਨੀ। ਤੁਸੀਂ ਤਾਂ ਬੜੀਆਂ ਸਟੇਟਮੈਂਟਾਂ ਦਿੱਤੀਆਂ ਆਪਣੀ ਵੈਬਸਾਈਟ ਤੇ ਖੱਟੜ ਸਾਹਿਬ ਨੂੰ ਕਿ ਇਹਨੂੰ ਜੀ ਜਲਦੀ ਸ਼ੁਰੂ ਕਰਾਓ, ਬੜੇ ਫਾਇਦੇ ਦਾ ਆ, ਠੀਕ ਆ ਜੀ, ਸਾਡੀ ਇਕਨੋਮੀ ਅਪ ਹੋਊਗੀ। ਲਓ, ਉਹਨਾਂ ਨੇ ਤੁਹਾਡੀ ਵੀ ਨਹੀਂ ਸੁਣੀ, ਉਹਨਾਂ ਨੇ ਕੱਢ ਦਿੱਤਾ ਜੀ ਇਹ ਜਾਣੀ ਖੱਟੜਾ, ਡੇਰਾ ਬਾਬਾ ਨਾਨਕ ਤੇ ਜਲੰਧਰ, ਕਪੂਰਥਲਾ ਵਾਇਆ ਦਿੱਲੀ ਕਿ ਨਹੀਂ ਜੀ। ਹਾਂਜੀ ਵੀਰ ਮੇਰਿਓ, 16,000 ਏਕੜ ਜ਼ਮੀਨ ਐਕਵਾਇਰ ਹੋ ਰਹੀ ਆ, 16,000 ਏਕੜ, ਤੇ 1 ਏਕੜ ਦਾ ਮੁੱਲ 9,70,000। ਹਾਂਜੀ ਸੁਣ ਲਓ, 9,70,000, ਜਦ ਕਿ ਦੁਆਬੇ ਦੇ ਵਿੱਚ ਮਾੜੇ ਤੋਂ ਮਾੜਾ ਕਿੱਲਾ 25 ਲੱਖ ਦਾ ਏ। 9,70,000 ਚ ਲਿਆ ਜਾਊਗਾ ਕਿ ਨਹੀਂ ਜੀ। ਤੇ ਜਲੰਧਰ ਦੇ 35 ਪਿੰਡ ਤੇ ਕਪੂਰਥਲੇ ਦੇ 37 ਪਿੰਡ ਆ ਰਹੇ ਆ। ਤੇ ਜੇ ਤੁਸੀਂ ਹਨਾ ਨਾ ਵੀ ਇਦਾਂ ਕੋਈ ਉਹਦਾ ਵਿਰੋਧ ਕਰੂਗਾ ਤਾਂ ਵੀ ਸਰਕਾਰ ਨੇ ਉਹਨੂੰ ਉਹਦੇ ਖਾਤੇ 'ਚ ਪਾ ਕੇ ਤਾਂ ਵੀ ਲੈ ਲੈਣੇ ਆ। ਉਹਦੀ ਗੱਲ ਵੀ ਮੈਂ ਕਲੀਅਰ ਦੱਸ ਸਕਦਾ। ਪਰ ਬੜਾ ਫਾਇਦਾ, ਉਹਨਾਂ ਨੇ ਤਾਂ ਤੁਹਾਡੀ ਵੀ ਨਹੀਂ ਮੰਨੀ। ਅੰਮ੍ਰਿਤਸਰ ਵਿੱਚ ਦੀ ਤਾਂ ਹਾਈਵੇ ਕੱਢਿਆ ਹੀ ਨਹੀਂ, ਜਿਹੜਾ ਤੁਸੀਂ ਉਹਨਾਂ ਨੂੰ ਲਿਖ ਕੇ ਪਾਇਆ। ਉਦਾਂ ਇੰਗਲਿਸ਼ ਜ਼ਿਆਦਾ ਹੀ ਲਿਖਦੇ ਆ, ਮੈਨੂੰ ਬਹੁਤੀ ਪੜ੍ਹਨੀ ਨਹੀਂ ਆਉਂਦੀ, ਠੀਕ ਆ। ਉਹ ਉਹਨਾਂ ਨੇ ਤਾਂ ਇਹ ਰੋਡ ਕੱਢ ਦਿੱਤਾ, ਖੱਟੜਾ, ਡੇਰਾ ਬਾਬਾ ਨਾਨਕ, ਜਲੰਧਰ, ਕਪੂਰਥਲਾ ਤੇ ਦਿੱਲੀ। ਉਹਨਾਂ ਨੇ ਤਾਂ ਤੁਹਾਡੀ ਵੀ ਨਹੀਂ ਸੁਣੀ, ਇਧਰੋਂ ਐਕਵਾਇਰ ਕਰ ਲਈਆਂ। ਤੇ ਹੁਣ ਵੀਰ ਮੇਰਿਓ, ਉਦਾਂ ਕੈਪਟਨ ਸਾਹਿਬ ਤੁਹਾਨੂੰ ਵੀ ਉਹਨਾਂ ਨੇ ਵਾਧੂ ਹੀ ਕਸੂਤਾ ਵਸਾਇਆ ਹੈ, ਵਾਧੂ ਹੀ ਕਿ ਨਹੀਂ। ਤੁਸੀਂ ਇਹ ਦੇਖ ਲਓ, ਤੁਹਾਡੀ ਨਹੀਂ ਮੰਨਦੇ, ਇਦਾਂ ਤੁਹਾਡੇ ਸਕੰਜਾ ਕੱਸਿਆ ਉਹਨਾਂ ਨੇ। ਕਿਉਂਕਿ ਤੁਸੀਂ ਆਪ ਹੀ ਦੇਖ ਲਓ, ਤੁਹਾਡੇ ਮੁੰਡੇ ਦੀ ਪੇਸ਼ੀ ਕਰਾਤੀ ਨਾ ਈਡੀ ਸਾਹਮਣੇ। ਜਦ ਕਿ ਤੁਸੀਂ ਇੱਕ ਗੱਲ ਦੇਖੋ, ਮੈਂ ਰਨਿੰਦਰ ਸਿੰਘ ਦੀ ਗੱਲ ਕਰਦਾ, 2016 ਦੇ ਵਿੱਚ ਹੋਈ ਸੀ ਈਡੀ ਸਾਹਮਣੇ, ਉਹ ਜਿਹੜੀ ਹਵਾਲਾ ਹੁਲਾ ਬਾਹਰ ਪ੍ਰਾਪਰਟੀ, ਉਹਦੀ ਗੱਲ ਕਰਦੇ। ਉਸ ਤੋਂ ਬਾਅਦ 4 ਸਾਲ ਬਾਅਦ ਹਥਿਆਰ ਕੱਢਿਆ ਇਹਨਾਂ ਨੇ, ਬੀਜੇਪੀ ਵਾਲਿਆਂ ਨੇ ਤੁਹਾਡੇ ਉੱਤੇ ਕਿ ਨਹੀਂ। ਪਰ ਤੁਸੀਂ ਦੇਖ ਲਓ, 27 ਅਕਤੂਬਰ ਨੂੰ ਹਨਾ ਧੂ ਕੇ ਲੈ ਗਏ ਏਡੀ ਸਾਹਮਣੇ, ਲੈ ਗਏ ਕਿ ਨਹੀਂ ਲੈ ਗਏ। ਵਾਹ, ਤੁਹਾਡਾ ਸ਼ੇਰ ਗਿੱਲ ਵਕੀਲ ਵੀ ਤਾਂ ਨਾਲ ਹੀ ਸੀ। ਚਲੋ ਖੈਰ ਵੀਰ ਮੇਰਿਓ, ਬੜੀ ਗੱਲਬਾਤ ਆ। ਤੇ ਰਹਿ ਗਈ ਗੱਲ ਇੱਕ ਬੰਨੇ ਤਾਂ ਜੀ, ਤੁਸੀਂ ਗੱਲ ਕਰਦੇ ਆ ਕਿ ਕੇਂਦਰ ਨੇ ਗਲਤ ਕੀਤਾ। ਦੂਸਰਾ ਤੁਸੀਂ ਇਹ ਵੀ ਦੇਖ ਲਓ ਕੈਪਟਨ ਸਾਹਿਬ, ਤੁਸੀਂ 1,000 ਕਰੋੜ 30 ਤਰੀਕ ਨੂੰ ਲੈ ਲਿਆ, ਜਿੱਦਣ 2 ਬਿੱਲ ਵਾਪਸ ਕੀਤੇ ਸੀ, ਕਰਜ਼ਾ 30 ਸਾਲਾਂ ਵਾਸਤੇ, ਹਨਾ ਕੈਪਟਨ ਸਾਹਿਬ, 30 ਸਾਲਾਂ ਵਾਸਤੇ 1,000 ਕਰੋੜ ਦਾ ਕਰਜ਼ਾ ਲਿਆ ਜੀ। ਹੋਰ ਐਵੇਂ ਥੋੜੀ ਆ, ਹੁਣ ਦੇਖੋ ਤਾਂ ਕਿਦਾਂ ਖੁੱਲਾ ਹੀ ਬਣਦੇ ਪਏ ਆ। 75 ਕਰੋੜ ਰੁਪਈਆ ਲਾ ਰਹੇ ਆ ਜਿੰਨੇ ਹਨਾ ਸਾਰੇ ਮੀਟਰ ਡਿਜੀਟਲ ਹੋ ਜਾਣੇ ਆ ਜੀ, 4G। ਤੇ ਉਹਨਾਂ ਦਾ ਮਾਲਕ ਦੱਸਾਂ ਤੁਹਾਨੂੰ ਵੀਰੋ, ਜੀਓ ਵਾਲਾ, ਜੀਓ ਰਿਲਾਇੰਸ, 75 ਕਰੋੜ ਉਹੀ ਮਾਲਕ ਆ। ਹਾਂਜੀ, ਜਿਹਨੂੰ ਮਰਜ਼ੀ ਸਮਝ ਲਓ ਬਾਈ, ਤੁਹਾਡੇ ਤੇ ਤਾਂ ਪੂਰੀ ਐ ਗੇਮ ਕੀਤੀ ਹੋਈ ਆ। ਚਲੋ ਬਾਈ, ਹੁਣ ਕੀ ਕਹਿ ਸਕਦੇ ਆ ਕਿ ਨਹੀਂ ਵੀਰੋ ਕੈਪਟਨ ਸਾਹਿਬ। ਚਲੋ ਹੁਣ ਗੱਲ ਕਰਦੇ ਆ ਹੱਲ ਦੀ। ਇਹਨਾਂ 3 ਬਿੱਲਾਂ ਦਾ ਹੱਲ ਵੀ ਹੈਗਾ ਆ ਕਿਸਾਨ ਵੀਰੋ, ਉਹ ਵੀ ਪੱਕਾ, ਲਿਖ ਕੇ ਲੈ ਲਓ। ਮੇਰੀਆਂ 2 ਸ਼ਰਤਾਂ ਆ ਮੋਦੀ ਜੀ ਦੇ ਅੱਗੇ, 2 ਜਾਂ ਹੱਲ। ਪਰ ਪਹਿਲਾਂ ਤੁਸੀਂ ਸਾਰੇ ਕਿਸਾਨ ਵੀਰ ਮੈਨੂੰ ਇੱਕ ਗੱਲ ਦੱਸੋ ਯਾਰ, ਕਿ ਤੁਹਾਡੇ ਇਸ ਸ਼ਾਂਤਪੂਰਵਕ ਅੰਦੋਲਨ ਦਾ ਸਰਕਾਰ ਤੇ ਕਾਹਦਾ ਅਸਰ, ਕੀ ਨੁਕਸਾਨ ਇਸ ਚੀਜ਼ ਦਾ ਸਰਕਾਰ ਨੂੰ। ਹਾਂਜੀ, ਤੁਸੀਂ ਸਾਰੇ ਦਾ ਸਾਰਾ ਪੈਸਾ ਉਹਨਾਂ ਦੀ ਇਕਨੋਮੀ 'ਚ ਲਾ ਰਹੇ ਆ ਦਿੱਲੀ ਵਿੱਚ। ਤਦੇ ਦਾ ਤੁਹਾਨੂੰ ਤਰੀਕਾਂ ਦੇਈ ਜਾਂਦੇ। ਹੁਣ 15 ਦੀ ਦੇਤੀ, 11 ਤਰੀਕ ਸੁਪਰੀਮ ਕੋਰਟ ਦੀ ਆ, ਠੀਕ ਆ ਨਾ ਜੀ, ਪਟੀਸ਼ਨਾਂ ਪਈਆਂ ਹੀ ਆ।
ਸੁਪਰੀਮ ਕੋਰਟ ਨੇ ਤਾਂ ਕਹਿ ਦੇਣਾ ਜੀ ਕਰੋਨਾ ਵੱਧ ਗਿਆ ਆ, ਰੋਡ ਖਾਲੀ ਕਰਾਓ, ਕਿ ਨਹੀਂ ਜੀ? ਸੁਪਰੀਮ ਕੋਰਟ ਤੁਸੀਂ ਕੀ ਸੋਚਦੇ ਆ ਤੁਹਾਡੀ ਹੈ, ਤੁਹਾਡੇ ਹੱਕ ਦਾ ਫੈਸਲਾ ਹੋਣਾ। ਉਹ ਜਾਓ ਏ। ਇਸ ਲਈ ਪਹਿਲਾ ਹੱਲ ਮੋਦੀ ਜੀ ਜਾਓ ਯਾਰ, ਤੁਸੀਂ ਰਹਿਣ ਦਿਓ, ਨਾ ਲਓ ਬਿੱਲ ਬੁੱਲ ਵਾਪਸ, ਰੱਖ ਲਓ ਆਪਣੇ ਕੋਲ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸਾਨੂੰ ਸਾਡੇ ਸਟੇਟ ਦੀ ਖੁਦ ਮੁਖਤਿਆਰੀ ਦੇ ਦਿਓ ਤਾਂ ਕਿ ਅਸੀਂ ਆਪਣੇ ਫੈਸਲੇ ਆਪ ਲੈ ਸਕੀਏ। ਮੈਂ ਸਟੇਟ ਵਿਦਨ ਸਟੇਟ ਦੀ ਗੱਲ ਕਰਦਾ, ਇਹਦੇ ਵਿੱਚ ਇਹ ਵੀ ਨਹੀਂ ਹੈਗਾ ਕਿ ਕੋਈ ਵੱਖਰੇ ਦੇਸ਼ ਦੀ ਗੱਲ ਕਰਦਾ, ਹਿੱਸਾ ਇੰਡੀਆ ਦਾ ਹੀ ਰਵਾਂਗੇ, ਵੱਖ ਨਹੀਂ ਹੋਵਾਂਗੇ। ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਹਾਂਜੀ ਇੰਡੀਅਨ ਕਨਸਟੀਟਿਊਟ ਦੇ ਸਟੇਟ ਸਬਜੈਕਟ ਪਾਰਟ 4 ਦੇ ਵਿੱਚ ਸੈਕਸ਼ਨ 43 ਦੇ ਵਿੱਚ ਕਿ ਜਾਨੀ ਸਟੇਟ ਨੂੰ ਕਿਹੜੇ ਕਿਹੜੇ ਅਧਿਕਾਰ ਵਾ ਐਗਰੀਕਲਚਰ ਬਾਰੇ। ਕੋਈ ਨਹੀਂ, ਅਸੀਂ ਆਪੇ ਹੀ ਮੈਨੇਜ ਕਰ ਲਾਂਗੇ, ਸਾਡੇ ਕੋਲ ਬੜਾ ਤਕੜਾ ਪਲਾਨ ਹੈਗਾ। ਤੇ ਮੇਰੀ ਇੱਕ ਗੱਲ ਸੁਣ ਲਓ ਸਾਰੇ ਕਿਸਾਨ ਵੀਰ, ਸਾਰੇ ਲੀਡਰ ਕਿਸਾਨੀ ਜਿਹੜੇ ਅੱਗੇ ਲੱਗੇ ਆ, ਕਿ ਇਹੀ ਇੱਕ ਪੱਕਾ ਹੱਲ ਆ। ਉਹ ਤੁਸੀਂ UN ਯੂਨਾਈਟਿਡ ਨੇਸ਼ਨ ਤੋਂ ਆਪਣੀ ਪਟੀਸ਼ਨ ਫਾਈਲ ਕਰੋ, ਉਹਨਾਂ ਨੂੰ ਕਹੋ ਕਿ ਸਾਨੂੰ ਸਾਡੇ ਅਧਿਕਾਰ ਦੇ ਦੇਣ, ਉਹਨਾਂ ਨੂੰ ਵਿੱਚ ਲਾਓ, ਉਹਨਾਂ ਤੋਂ ਕਰਾਓ ਕਿ ਇਹ ਡੀਸੈਂਟਰਲਾਈਜੇਸ਼ਨ, ਜਾਨੀ ਅਸੀਂ ਭਾਰਤ ਦਾ ਹਿੱਸਾ ਹੀ ਰਵਾਂਗੇ ਪਰ ਸਟੇਟ ਦੀ ਖੁਦ ਮੁਖਤਿਆਰੀ ਹੋਵੇ। ਇਹੀ ਇੱਕ ਪੱਕਾ ਹੱਲ ਆ ਵੀਰ ਮੇਰਿਓ, ਇਹੀ ਇੱਕ ਪੱਕਾ ਹੱਲ ਆ। ਤੇ ਦੂਸਰਾ ਹੱਲ ਵੀ ਸੁਣ ਲਓ। ਹਾਂਜੀ, ਜੇ ਦੂਜਾ ਹੱਲ ਵੀ ਮੋਦੀ ਜੀ ਜਾਓ, ਫਿਰ ਤੁਸੀਂ ਮੈਨੂੰ ਇਹ ਗੱਲ ਦੱਸੋ ਮੋਦੀ ਜੀ ਕਿ ਤੁਹਾਨੂੰ ਇਹ ਤਿੰਨੇ ਬਿੱਲ ਵਾਪਸ ਲੈਣ ਵਾਸਤੇ ਕਿੰਨੀਆਂ ਸ਼ਹਾਦਤਾਂ ਚਾਹੀਦੀਆਂ, ਕਿੰਨੀਆਂ ਕੁਰਬਾਨੀਆਂ ਚਾਹੀਦੀਆਂ? ਦੱਸੋ, ਤੁਸੀਂ ਮੂੰਹੋਂ ਬੋਲੋ। ਜਿੰਨੀਆਂ ਤੁਸੀਂ ਕਹੋਗੇ ਨਾ ਉਹ ਤੋਂ ਦੁੱਗਣੇ ਬੰਦੇ ਸਾਹਮਣੇ ਖੜੇ ਹੋਣਗੇ। ਦੱਸੋ ਤੁਸੀਂ ਕਿੰਨੇ ਬੰਦਿਆਂ ਦੀਆਂ ਤੁਹਾਨੂੰ ਸ਼ਹਾਦਤਾਂ ਹੋਰ ਚਾਹੀਦੀਆਂ? ਜਾਓ ਯਾਰ, ਉਹ ਤੁਸੀਂ ਹਾਲਾਤ ਦੇਖ ਲਓ ਯਾਰ ਕੀ ਬਣ ਰਿਹਾ ਕਿਸਾਨਾਂ ਦੇ। ਉਹ ਪੁਰਾਣੇ ਜ਼ਮਾਨੇ ਦੇ ਵਿੱਚ ਨਾ, ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਰਾਜੇ ਹੁੰਦੇ ਸੀ ਉਹ ਹਨਾ ਜਾਂਦੇ ਹੁੰਦੇ ਸੀ ਭੇਸ ਬਦਲ ਕੇ ਕਿ ਜਨਤਾ ਮੇਰੀ ਕਿਤੇ ਦੁਖੀ ਤਾਂ ਨਹੀਂ। ਇੱਥੇ ਰੌਲਾ ਪਾ ਪਾ ਕੇ ਜਨਤਾ ਤੁਹਾਨੂੰ ਦੱਸਦੀ ਆ, ਤੁਹਾਨੂੰ ਤਾਂ ਵੀ ਨਹੀਂ ਪਤਾ ਲੱਗਦਾ। ਜਾਓ, ਸਭ ਤੋਂ ਪਹਿਲਾਂ ਮੈਂ ਆਵਾਂਗਾ 26 ਤਰੀਕ ਨੂੰ ਬੇਸ਼ੱਕ ਦੀ ਲਾਲ ਕਿਲੇ ਦੇ ਅੱਗੇ ਮੈਨੂੰ ਖੜਾ ਕਰਕੇ ਨਾ 5 ਮਿੰਟ ਗੋਲੀਆਂ ਦੇ ਨਾਲ ਛੱਲੀ ਕਰ ਦਿਓ। ਉਹ ਜਾਓ, ਚਾਹੇ ਤੋਪ ਦੇ ਅੱਗੇ ਬੰਨ ਕੇ ਮੈਨੂੰ ਸਲਾਮੀ ਦੇ ਦਿਓ, ਪਰ 3 ਬਿੱਲ ਵਾਪਸ ਕਰ ਦਿਓ। ਤੁਸੀਂ ਮੂੰਹੋਂ ਕੁਰਬਾਨੀਆਂ ਬੋਲੋ, ਮੇਰੇ ਤੋਂ ਬਾਅਦ ਲਾਈਨਾਂ ਲੱਗੀਆਂ ਹੋਣਗੀਆਂ। ਮੈਂ ਵਾਅਦਾ ਕਰਦਾ, ਹੈਰੀ ਕਲੈਕਸ਼ਨ ਦਾ ਵਾਅਦਾ ਆ ਇਹ। ਦੱਸੋ ਯਾਰ, ਉਹ ਹੱਦ ਆ ਯਾਰ, ਕਿੰਨੀ ਕੁ ਤੁਹਾਡੀ ਉਮਰ ਰਹਿ ਗਈ? ਉਹ ਕਿੰਨੀ ਕੁ ਰਹਿ ਗਈ? 2 ਨਾ 4 ਸਾਲ ਕੱਢ ਜਾਓਗੇ, ਇਹ ਤਾਂ ਪੈਸੇ ਸਿਰ ਤੇ ਬਚੇ ਤੁਸੀਂ। ਉਹ ਕੈਪਟਨ ਸਾਹਿਬ ਤੁਹਾਡਾ ਤਾਂ ਪਟਾਕਾ ਪੈਣ ਵਾਲਾ ਹੀ ਆ, ਬਸ ਕਰੋ ਯਾਰ। ਉਹ ਕੋਈ ਰੱਖ ਲਓ ਅੰਦਰ ਜ਼ਮੀਰ, ਹਾਲਾਤ ਤਾਂ ਦੇਖੋ ਜਾ ਕੇ ਅੰਦਰ, ਹਾਲਾਤ ਤਾਂ ਦੇਖੋ ਯਾਰ। ਬਸ ਕਰੋ ਯਾਰ, ਬਸ ਕਰੋ ਯਾਰ। ਕਿੰਨਾ ਪੈਸਾ ਕਿੱਥੇ ਲੈ ਕੇ ਜਾਣਾ? ਇੱਕ ਪੰਜੀ ਨਾਲ ਨਹੀਂ ਜਾਣੀ, ਮੇਰੀ ਗੱਲ ਯਾਦ ਰੱਖਿਓ, ਇੱਕ ਪੰਜੀ ਨਾਲ ਨਹੀਂ ਜਾਣੀ। ਜਾਓ, ਸਭ ਤੋਂ ਪਹਿਲਾਂ ਮੈਂ ਆਵਾਂਗਾ, ਤੁਸੀਂ ਸਿਰਫ ਕੁਰਬਾਨੀਆਂ ਦੀ ਲਿਸਟ ਤਿਆਰ ਕਰੋ ਮੋਦੀ ਜੀ, ਲਿਸਟ ਤਿਆਰ ਕਰੋ। ਹੱਦ ਆ ਵੀਰ ਮੇਰਿਓ, ਇਹ ਸਭ ਵਿੱਚੋਂ ਰਲਿਓ ਪਏ ਆ ਯਾਰ। ਇਹ ਇੱਕ ਰੈਵੋਲੂਸ਼ਨ ਆਣਾ, ਮੈਂ ਤੁਹਾਨੂੰ ਦੱਸਦਾ, ਤੁਸੀਂ ਸੋਚ ਸ਼ਿਟ ਕੁਛ ਨਹੀਂ ਹਾਲ ਯਾਰ। ਬਾਕੀ ਵੀਰ ਮੇਰਿਓ, ਮੇਰੀ ਬਹੁਤੀ ਸਮਝ ਨਹੀਂ ਹੈਗੀ, ਪਰ ਤੁਸੀਂ ਹੁਣ ਹਨਾ ਨਵੀਂ ਪਾਰਟੀ ਨਵੀਂ ਸਮਝ ਦੇ ਨਾਲ ਬਣਾਉਣੀ ਹੈ। ਬਸ ਅੱਜ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਅਸੀਂ ਜਿੱਤਾਂਗੇ, ਬਸ ਜਿੱਤਾਂਗੇ, ਬਸ ਇਹੀ ਜਿੱਤਾਂਗੇ।